ਸਾਡੇ ਕੋਲ ਪੈਸੇ ਨਹੀਂ, ਇਸ ਵਾਰ ਸਾਤੋਂ ਜਾਇਜ਼ ਲੈ ਲਓ ਤੁਸੀਂ। ਟਿਊਸ਼ਨ ਫੀ ਕਿਹਾ ਸੀ ਨਾ ਪੰਜਾਬ ਗਵਰਨਮੈਂਟ ਨੇ ਵੀ ਤੁਸੀਂ ਟਿਊਸ਼ਨ ਫੀ ਲੈਣੀ ਆ, ਹੋਰ ਪੈਸੇ ਹਲੀ ਨਾ ਲਿਓ। ਤਾਂ ਉਹਨੂੰ ਚੈਲੰਜ ਕਰਨ ਵਾਸਤੇ ਹਾਈ ਕੋਰਟ ਪਹੁੰਚ ਗਏ ਸੀ। ਇੰਨੇ ਕੁ ਲਾਲਚੀ ਹੋ ਗਏ। ਬਿਲਕੁਲ ਨਹੀਂ ਜਾਣਾ ਕਿਸੇ ਨਾ ਸਕੂਲ ਕੋਲੇ ਜਾਣਾ, ਜਿੱਥੋਂ ਤੱਕ ਜਿੰਨੇ ਮੇਰੇ ਨਾਲ ਪੇਰੈਂਟਸ ਐਗਰੀ ਨੇ, ਨਾ ਕਿਸੇ ਨੂੰ ਰਿਕੁਐਸਟ ਕਰਨੀ ਹੈ। ਸਾਡੇ ਕੋਲ ਰਾਈਟ ਹੈ ਵਿਦਨ 30 ਡੇਜ਼, ਜਦੋਂ ਅਸੀਂ ਜੱਜਮੈਂਟ ਨਾਲ ਐਗਰੀ ਨਹੀਂ ਹੈ 30 ਦਿਨ ਦਾ ਟਾਈਮ ਹੈ, 30 ਦਿਨ ਤੋਂ ਪਹਿਲਾਂ ਹੀ ਫਾਈਲ ਕਰਾਂਗੇ, ਸਟੇ ਲੈਣ ਦੀ ਵੀ ਕੋਸ਼ਿਸ਼ ਕਰਾਂਗੇ, ਔਰ ਇੱਥੋਂ ਨਹੀਂ ਹੋਊਗਾ ਸੁਪਰੀਮ ਕੋਰਟ ਜਾਵਾਂਗੇ। ਕਈ ਪੇਰੈਂਟਸ ਦੇ ਕੋਲ ਤਾਂ ਪੈਸੇ ਹੈ ਹੀ ਨਹੀਂ ਅਵੇਲੇਬਲ। ਤੁਸੀਂ ਮੈਨੂੰ ਦੱਸੋ ਉਹਨਾਂ ਦੀ ਜੇਬ 'ਚੋਂ ਕਿਹੜਾ ਕਾਨੂੰਨ ਆ ਕਹਿੰਦਾ ਤੁਸੀਂ ਪੈਸੇ ਕੱਢ ਲਓ। ਤੇ ਅਦਾਲਤ ਦੇ ਇਸ ਫੈਸਲੇ ਨੂੰ ਚੈਲੰਜ ਕਰਨ ਦੇ ਲਈ ਜਾਂ ਹੋਰ ਕੀ ਗੱਲਾਂ ਨੇ, ਇਹ ਫੈਸਲਾ ਕਿਉਂ ਆਇਆ ਆ, ਕਿਉਂ ਕਿਤੇ ਜਿਹੜੇ ਸਰਕਾਰੀ ਦਰਬਾਰੇ ਸਰਕਾਰ ਜਾਂ ਵਕੀਲ ਇਸ ਗੱਲ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋਏ ਨੇ, ਜਾਂ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਅਦਾਲਤ ਵੱਲੋਂ, ਜਾਂ ਦੂਸਰੀ ਪੱਖ ਦੇ ਹੱਕ ਵਿੱਚ ਫੈਸਲਾ ਕਿਉਂ ਦਿੱਤਾ ਗਿਆ। ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹੜੇ ਅਦਾਲਤ ਦੇ ਫੈਸਲੇ ਨੇ ਉਹ ਲੋਕਾਂ ਦੇ ਹੱਕ ਦੇ ਵਿੱਚ ਆਉਂਦੇ ਨੇ, ਕਿਉਂਕਿ ਲੋਕਾਂ ਨੂੰ ਉਸ ਦੀ ਜ਼ਰੂਰਤ ਹੁੰਦੀ ਆ। ਸਾਡੇ ਨਾਲ ਇਹ ਸਾਰੇ ਮਸਲੇ 'ਤੇ ਗੱਲ ਕਰਨ ਦੇ ਲਈ ਚਰਨਪਾਲ ਸਿੰਘ ਬਾਗੜੀ ਸੁਪਰੀਮ ਕੋਰਟ ਦੇ ਵਕੀਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਉਹਨਾਂ ਵੱਲੋਂ ਅਪੀਲ ਜਿਹੜੀ ਸੀ ਫਾਈਲ ਕੀਤੀ ਗਈ ਸੀ। ਬਾਗੜੀ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਜੀ ਥੈਂਕ ਯੂ। ਅੱਛਾ ਬਾਗੜੀ ਸਾਹਿਬ, ਸਭ ਤੋਂ ਵੱਡੀ ਗੱਲ, ਅਦਾਲਤਾਂ ਦੇ ਜਿਹੜੇ ਫੈਸਲੇ ਨੇ ਉਹ ਲੋਕਾਂ ਦੇ ਹੱਕ ਦੇ ਵਿੱਚ ਆਉਂਦੇ ਨੇ, ਅਦਾਲਤਾਂ ਲੋਕਾਂ ਦੀ ਮਦਦ ਕਰਨ ਦੇ ਲਈ ਨੇ। ਇਹ ਫੈਸਲਾ ਮਾਪਿਆਂ ਦੇ ਲੱਖਾਂ ਲੋਕਾਂ ਦੇ ਖਿਲਾਫ ਆਇਆ, ਕਾਰਨ ਕੀ ਹੈ ਜੀ? ਦੇਖੋ ਤੁਸੀਂ, ਮੈਂ ਗੱਲ ਕਰ ਰਹੇ ਸੀ ਵੀ ਅਪੀਲ ਕੀਤੀ ਸੀ, ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ, ਅਪੀਲ ਨਹੀਂ ਸੀ ਕੀਤੀ। ਜਿਹੜਾ ਪਹਿਲਾ ਫੈਸਲਾ 22/5/2020 ਨੂੰ ਆਇਆ ਸੀ ਉਹ ਅੰਤਰਿਮ ਫੈਸਲਾ ਸੀ, ਜਦੋਂ ਕੇਸ ਫਾਈਲ ਹੁੰਦਾ ਹੈ ਇੰਟਰਮ ਆਰਡਰ। ਨੋਟਿਸ ਹੋਇਆ ਸੀ ਉਹਦਾ 12 ਜੂਨ ਲਈ। ਉਸ ਤੋਂ ਬਾਅਦ ਐਪਲੀਕੇਸ਼ਨਾਂ ਫਾਈਲ ਕੀਤੀਆਂ ਗਈਆਂ, ਜਿਹਦੇ ਵਿੱਚ ਸੈਪਰੇਟ ਅਸੀਂ ਕਿਹਾ ਸੀ ਵੀ ਇਹ ਆਰਡਰ ਮੋਡੀਫਾਈ ਹੋਣਾ ਚਾਹੀਦਾ, ਜਿਹੜਾ ਇੰਟਰਮ ਹੈ ਇਹ ਵੀ ਨਹੀਂ ਰਹਿਣਾ ਚਾਹੀਦਾ। 1/6 ਨੂੰ ਉਹਦੇ ਵਿੱਚ ਕੁਛ ਮੋਡੀਫਿਕੇਸ਼ਨ ਹੋਈ ਆਰਡਰ 'ਚ। ਗਵਰਨਮੈਂਟ ਨੂੰ ਇਹ ਕਿਹਾ ਗਿਆ, ਪਲੀਡਰਸ ਨੂੰ ਇਹ ਕਿਹਾ ਗਿਆ, ਕੌਂਸਲਸ ਨੂੰ ਵੀ ਕੋਈ ਵਿਚਾਲੇ ਦਾ ਰਸਤਾ ਕੱਢੋ, ਤੁਸੀਂ ਮੀਡੀਏਸ਼ਨ ਕਰਕੇ ਦੇਖੋ। ਪੰਜਾਬ ਗਵਰਨਮੈਂਟ ਨੇ ਵੀ ਪੂਰੀ ਕੋਸ਼ਿਸ਼ ਕੀਤੀ, ਬਟ ਸਕੂਲਾਂ ਦਾ ਇੰਨਾ ਕੁ ਲਾਲਚੀ ਹੋ ਚੁੱਕੇ ਸੀ ਸਕੂਲ ਕਿ ਉਹ ਕਿਸੇ ਵੀ ਕੰਪਰੋਮਾਈਜ਼ 'ਤੇ ਆਉਣ ਲਈ ਰੈਡੀ ਨਹੀਂ ਹੋਏ। ਉਸ ਤੋਂ ਬਾਅਦ ਫਿਰ ਹੀਅਰਿੰਗ 12 ਤਰੀਕ ਨੂੰ ਹੋਈ। 1/12 ਤੋਂ ਪਹਿਲਾਂ ਮੇਰੇ ਵੱਲੋਂ ਪੇਰੈਂਟਸ ਵੱਲੋਂ ਵੀ ਰਿਟ ਲਾ ਦਿੱਤੀ ਗਈ ਸੀ, ਪਹਿਲੀ ਰਿਟ ਫਾਈਲ ਕੀਤੀ ਗਈ ਸੀ ਸਕੂਲਾਂ ਵੱਲੋਂ। ਉਹਦੇ 'ਚ ਵੀ ਨੋਟਿਸ ਹੋਇਆ, ਚਲੋ ਕੰਸੀਡਰੇਸ਼ਨ ਹੁੰਦੀ ਰਹੀ, 1 ਹਫ਼ਤੇ ਲਈ ਬੇਸ਼ੱਕ ਕੇਸ ਰੱਖਿਆ ਸੀ, ਪਰ ਸੁਣਵਾਈ ਜਿੰਨੀ ਮੈਨੂੰ ਲੱਗਦਾ ਸੀ ਪੇਰੈਂਟਸ ਦੀ ਉਨੀ ਸੁਣਵਾਈ ਹੋ ਨਹੀਂ ਪਾਈ ਕੋਰਟ ਦੇ ਵਿੱਚ। ਔਰ ਜੋ ਮਟੀਰੀਅਲ ਮੈਂ ਰਿਕਾਰਡ 'ਤੇ ਰੱਖਿਆ, ਜਿੰਨਾ ਮੇਰੇ ਤੱਥ ਨੇ ਪੇਰੈਂਟਸ ਵੱਲੋਂ ਰੱਖੇ ਗਏ ਨੇ, ਉਹ ਐਵੀਡੈਂਸ ਹੈ। ਜੇ ਮੈਂ ਕਹਿੰਦਾ ਵੀ ਸਕੂਲਾਂ ਦੇ ਵਿੱਚ ਇੰਨੇ ਬੱਚੇ ਨੇ, ਉਹਨਾਂ ਦੀ ਇੰਨੀ ਫੀਸ ਬਣਦੀ ਹੈ, ਇੰਨਾ ਟੋਟਲ ਐਕਸਪੈਂਡੀਚਰ ਬਣਦਾ, ਤਾਂ ਉਹ ਮੈਂ ਨਾਲ ਐਵੀਡੈਂਸ ਲਾਇਆ। ਜੇ ਮੈਂ ਇਹ ਆਪਣਾ ਦਲੀਲ ਰੱਖੀ ਹੈ ਕਿ ਵੀ ਬੱਚਿਆਂ ਤੋਂ ਪੂਰੇ ਪੇਰੈਂਟਸ ਤੋਂ ਪੈਸੇ ਵਸੂਲ ਲਏ, ਭਾਵੇਂ ਕਿ ਪੰਜਾਬ ਗਵਰਨਮੈਂਟ ਨੇ ਇਹ ਕਿਹਾ ਸੀ ਟਿਊਸ਼ਨ ਫੀਸ ਲੈ ਲਓ, ਮੈਂ 8 ਤੋਂ 10 ਇਹੋ ਜਿਹੇ ਸਕੂਲਾਂ ਦਾ ਪੂਰਾ ਡਾਟਾ ਲਾਇਆ ਜਿਨ੍ਹਾਂ ਨੇ ਬੱਚਿਆਂ ਦੇ ਪੇਰੈਂਟਸ ਨੂੰ ਧਮਕਾ ਕੇ ਪੂਰੀ ਦੀ ਪੂਰੀ ਫੀਸ ਲੈ ਲਈ ਸੀ। ਔਰ ਪੰਜਾਬ ਸਰਕਾਰ ਦਾ ਹੀ ਉਹੀ ਆਰਡਰ ਕਹਿੰਦਾ ਸੀ ਵੀ ਜੇ ਕੋਈ ਆਰਡਰ ਦੀ ਤੋਹੀਨ ਕਰੇਗਾ ਅਸੀਂ ਉਹਦੀ NOC ਕੈਂਸਲ ਕਰਾਂਗੇ, ਰੈਕਗਨੀਸ਼ਨ ਸਕੂਲ ਦੀ ਕੈਂਸਲ ਕਰਾਂਗੇ। ਮੈਂ ਇਹ ਪਟੀਸ਼ਨ 'ਚ ਉਹ ਵੀ ਮੰਗਿਆ ਸੀ ਵੀ ਜਿੰਨੇ ਉਹ ਆਰਡਰ ਦੀ ਤੋਹੀਨ ਕਰਕੇ ਪੈਸੇ ਵਸੂਲ ਲਏ ਉਹ ਵਾਪਸ ਪੇਰੈਂਟਸ ਨੂੰ ਦਿੱਤੇ ਜਾਣ ਲੈ ਕੇ, ਅਤੇ ਉਹਨਾਂ ਦੀ NOC ਕੈਂਸਲ ਕਰਨ ਵਾਸਤੇ ਐਕਸ਼ਨ ਲਿਆ ਜਾਵੇ। ਮੈਂ ਪੂਰੀ ਜਜਮੈਂਟ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਪੇਰੈਂਟਸ ਦਾ ਇੱਕ ਕੰਟੈਂਸ਼ਨਸ ਮੇਰੇ ਵਾਲੀਆਂ ਲਿਖ ਦਿੱਤੀਆਂ ਗਈਆਂ ਨੇ, ਉਹਦੇ 'ਤੇ ਸਿਰਫ ਇੱਕ ਲਾਈਨ ਲਿਖ ਦਿੱਤੀ ਹੈ, ਇੱਕ ਪੈਰਾ ਪ੍ਰੋਵਾਈਡ ਕੀਤਾ ਕਿ ਤੁਸੀਂ ਸਕੂਲ ਕੋਲ ਜਾਓ। ਮੇਰਾ ਤਾਂ ਕੇਸ ਇਹ ਸੀਗਾ ਕਿ ਅਸੀਂ ਸਕੂਲਾਂ ਕੋਲ ਜਾਏ, ਮੈਨੇਜਮੈਂਟ ਦੇ ਪੈਰਾਂ ਤੱਕ ਜਾਇਆ ਹੈ, ਪੇਰੈਂਟਸ ਜਾ ਕੇ ਵੀ ਸਾਡੇ ਕੋਲ ਪੈਸੇ ਨਹੀਂ, ਇਸ ਵਾਰ ਸਾਤੋਂ ਜਾਇਜ਼ ਲੈ ਲਓ ਤੁਸੀਂ। ਉਹ ਤਾਂ ਟਿਊਸ਼ਨ ਫੀ ਕਿਹਾ ਸੀ ਨਾ ਪੰਜਾਬ ਗਵਰਨਮੈਂਟ ਨੇ ਵੀ ਤੁਸੀਂ ਟਿਊਸ਼ਨ ਫੀ ਲੈਣੀ ਆ, ਹੋਰ ਪੈਸੇ ਹਲੀ ਨਾ ਲਿਓ। ਉਹ ਤਾਂ ਉਹਨੂੰ ਚੈਲੰਜ ਕਰਨ ਵਾਸਤੇ ਹਾਈ ਕੋਰਟ ਪਹੁੰਚ ਗਏ ਸੀ। ਇੰਨੇ ਕੁ ਲਾਲਚੀ ਹੋ ਗਏ। ਅਸੀਂ ਹੁਣ ਸਾਨੂੰ ਕਹਿਤਾ ਹੈਗਾ ਕਿ ਤੁਸੀਂ ਜਾਓ ਉਹੀ ਸਕੂਲਾਂ ਕੋਲੇ, ਤੁਹਾਡੀ ਮੂਵੇਬਲ ਇਮੂਵੇਬਲ ਪ੍ਰੋਪਰਟੀ ਦਿਖਾਓ ਤੁਸੀਂ। ਕਾਨੂੰਨ ਕਹਿੰਦਾ ਸਕੂਲਾਂ ਨੇ ਹਰ ਸਾਲ ਦੇ ਵਿੱਚ ITR ਫਾਈਲ ਕਰਨੀ ਹੈ, ਉਹਨਾਂ ਦੀ ਜਿੰਨੀ ਇਨਕਮ ਜਾਂ ਕੋਈ ਐਕਸਪੈਂਡੀਚਰ ਆ ਉਹ ਉਹਨਾਂ ਨੇ ਔਨਲਾਈਨ ਸ਼ੋਅ ਕਰਨਾ। ਮੈਂ ਕਹਿੰਦਾ ਸੀ ਵੀ ਉਹ ਜਿਹੜਾ ਕੋਰਟ ਚੱਲ ਕੇ ਆਇਆ ਉਹ ਕਹਿੰਦਾ ਸਾਡੇ ਖਰਚੇ ਜ਼ਿਆਦਾ ਨੇ, ਸਾਡੀ ਇਨਕਮ ਘੱਟ ਹੈ, ਉਹ ਐਵੀਡੈਂਸ ਤਾਂ ਲਾਣ ਕੋਈ। ਮੈਂ ਉਹੀ ਤੁਹਾਡੇ ਨਾਲ ਗੱਲ ਕਰਨ ਲੱਗਿਆ ਸੀ ਬਾਗੜੀ ਸਾਹਿਬ। ਅਗਲੀ ਗੱਲ ਇਹ ਸੀ, ਜਿਵੇਂ ਸਕੂਲਾਂ ਮਾਪਿਆਂ ਨੂੰ ਕਿਹਾ ਗਿਆ ਕਿ ਸਕੂਲਾਂ ਕੋਲੇ ਜਾਓ ਅਤੇ ਉਹਨਾਂ ਨੂੰ ਦੱਸੋ ਕਿ ਸਾਡਾ ਆਹ ਜਿਹੜੇ ਖਰਚੇ ਨੇ, ਆਹ ਸਾਡੇ ਕੋਲ ਨੌਕਰੀਆਂ ਚਲੇ ਗਈਆਂ ਨੇ, ਆਪਣੀ ਇੱਕ ਪੂਰੀ ਉੱਥੇ ਵਕਾਲਤਨਾਮਾ ਜਿਵੇਂ ਕਿ ਇੱਕ ਤਾਂ ਐਫੀਡੇਵਿਟ ਦਿਓ ਇੱਕ ਕਿਸਮ ਨੂੰ। ਤੁਸੀਂ ਸਕੂਲਾਂ ਬਾਰੇ ਕਿਹਾ ਸੀ ਕਿ ਉਹ ITR ਦੱਸਣ, ਉਹਨਾਂ ਕੋਲ ਬੱਚੇ ਕਿੰਨੇ ਨੇ, ਉਹਨਾਂ ਦੇ ਕਿੰਨਾ ਟਰਾਂਸਪੋਰਟ ਦੇ ਖਰਚਾ ਹੈ, ਬਿੱਲ ਕਿੰਨੇ ਆਉਂਦੇ ਨੇ, ਕਿੰਨਾ ਇੱਕ ਸਾਲ 'ਚ ਉਹਨਾਂ ਨੂੰ ਰੈਵਨਿਊ ਆਉਂਦਾ ਵਾ, ਜਿਹੜੇ 2 ਨੰਬਰ ਦੀ ਜਿਵੇਂ ਤਨਖਾਹ ਇੱਕ ਵਾਰੀ ਦੇ ਕੇ ਤੇ ਵਾਪਸ ਲੈ ਲਈ ਜਾਂਦੀ ਹੈ, ਇੱਦਾਂ ਦਾ ਤੁਸੀਂ ਬਹੁਤ ਕੁਛ ਕਿਹਾ ਸੀਗਾ, ਅਤੇ ਉਹਦੇ 'ਤੇ ਕਿਤੇ ਅਮਲ ਹੋਇਆ ਜੀ?
ਬਿਲਕੁਲ ਵੀ ਕੋਈ ਫਾਈਂਡਿੰਗ ਨਹੀਂ ਉਸ ਦੇ ਉੱਤੇ ਆਈ। ਇਸ ਕਰਕੇ ਤਾਂ ਅਪੀਲ ਦਾ ਅਧਿਕਾਰ ਹੈ ਨਾ ਸਰ। ਜੇ ਸਿੰਗਲ ਬੈਂਚ, ਆਨਰੇਬਲ ਸਿੰਗਲ ਬੈਂਚ ਨੇ ਕੋਈ ਸਾਡੀ ਮਤਲਬ ਫੇਵਰ ਦੇ ਵਿੱਚ ਇੱਕ ਵੀ ਡਿਸੀਜ਼ਨ ਜਿਹੜਾ ਨਹੀਂ ਆਇਆ, ਪੂਰੇ ਦਾ ਪੂਰਾ ਇੱਦਾਂ ਲੱਗਦਾ ਕਈ ਵਾਰ ਜਜਮੈਂਟ ਨੂੰ ਗੋ ਥਰੂ ਕਰਕੇ ਵੀ ਸਕੂਲਾਂ ਨੂੰ ਕਿੱਥੇ ਨਾ ਕਿੱਥੇ ਕੀ ਨਾ ਕੀ ਦਿੱਤਾ ਜਾਵੇ, ਉਹ ਦਿੱਤਾ ਗਿਆ। ਮੈਂ ਸਰ 5 ਜਜਮੈਂਟਾਂ ਲਾਈਆਂ ਸੀਗੀਆਂ ਜਿਹੜੀਆਂ ਕਿ ਦਿੱਲੀ ਹਾਈ ਕੋਰਟ ਦੇ ਹਾਈ ਕੋਰਟ ਦੀਆਂ ਸੀਗੀਆਂ, ਇੱਕ ਉੱਤਰਾਖੰਡ ਦੇ ਡਿਵੀਜ਼ਨ ਬੈਂਚ ਦੀ ਸੀ, ਉਹ ਸੁਪਰੀਮ ਕੋਰਟ ਪੈਂਡਿੰਗ ਪਿਆ ਹੈ। ਅੱਛਾ ਜੀ। ਸਬ ਜੁਡਾਈਸ ਉਹ ਕੇਸ ਮੈਂ ਪਹਿਲਾਂ ਵੀ ਦੱਸ ਚੁੱਕਿਆ। ਉੱਥੇ ਹਾਈ ਕੋਰਟ ਨੇ ਈਵਨ ਕਿ ਇੰਟਰਮ ਆਰਡਰ 'ਚ ਇਹ ਵੀ ਕਹਿਤਾ ਸੀ ਵੀ ਪੇਰੈਂਟਸ ਨੂੰ ਤੁਸੀਂ ਮੈਸੇਜ ਵੀ ਨਹੀਂ ਕਰਨਾ। ਤੁਸੀਂ ਮੈਸੇਜ ਕਰਦੇ ਹੋ ਨਾ ਵੀ ਪੈਸੇ ਪੇ ਕਰ ਦਿਓ, ਇੱਥੋਂ ਤੱਕ ਦਾ ਮਤਲਬ ਤੋਂ ਉਹਨਾਂ ਨੇ ਚੈਲੰਜ ਕੀਤਾ ਸੁਪਰੀਮ ਕੋਰਟ। ਅਲੱਗ-ਅਲੱਗ ਡਿਵੀਜ਼ਨ ਬੈਂਚ ਦੀਆਂ ਜਜਮੈਂਟਾਂ ਲਾਈਆਂ ਨੇ, ਬਟ ਪੇਰੈਂਟਸ ਨੂੰ ਸਿਰਫ ਇੱਕ ਇਹ ਕਹਿਤਾ ਕਿ ਤੁਸੀਂ ਸਕੂਲ ਕੋਲ ਜਾਓ, ਨਹੀਂ ਰੈਗੂਲੇਟਰੀ ਬੋਡੀ ਕੋਲ ਜਾਓ। 2016 ਦਾ ਐਕਟ ਬਣਿਆ ਜਿਹੜਾ ਪੰਜਾਬ ਫੀ ਰੈਗੂਲੇਸ਼ਨ ਆਫ ਅਨਏਡਡ ਇੰਸਟੀਟਿਊਸ਼ਨਲ ਐਕਟ ਬਣਾ ਹੋਇਆ, ਉਹ ਐਕਟ ਐਪਲੀਕੇਬਲ ਹੈ ਜਦੋਂ ਨੋਰਮਲ ਕੰਡੀਸ਼ਨ ਹੈ। ਮਹਾਮਾਰੀ 'ਚ ਤਾਂ ਤੁਸੀਂ ਮਹਾਮਾਰੀ ਦੇ ਵਿੱਚ ਤੁਹਾਨੂੰ ਘਰਾਂ 'ਚ ਕੈਦ ਕਿਵੇਂ ਕਰਤਾ? ਤੁਹਾਡਾ ਰਾਈਟ ਜਿਹੜਾ ਰਾਈਟ ਟੂ ਲਾਈਫ ਆ, ਫੰਡਾਮੈਂਟਲ ਰਾਈਟ ਨੇ ਤੁਹਾਡੇ ਉਹ ਕਰਟੇਲ ਕਰਤੇ। ਕਿਉਂ? ਕੋਵਿਡ-19 ਦੀ ਸਿਚੁਏਸ਼ਨ ਕਰਕੇ ਡਿਜ਼ਾਸਟਰ ਮੈਨੇਜਮੈਂਟ ਐਕਟ ਲੱਗ ਗਿਆ। ਡਿਜ਼ਾਸਟਰ ਮੈਨੇਜਮੈਂਟ ਐਕਟ ਸਾਰਿਆਂ ਨੂੰ ਸੁਪਰਸੀਡ ਕਰਦਾ, ਹੋਰ ਐਕਟ ਜ਼ੀਰੋ ਹੋ ਜਾਂਦੇ ਨੇ। ਨੋਰਮਲ ਕੰਡੀਸ਼ਨ ਹੁੰਦੀ ਅਸੀਂ ਉੱਥੇ ਕੰਪਲੇਂਟਾਂ ਫਾਈਲ ਕਰਦੇ, ਕੰਪਲੇਂਟਾਂ ਫਾਈਲ 2016 'ਚ ਵੀ ਜਿਹੜੇ ਪੇਰੈਂਟਸ ਨੇ ਕੀਤੀਆਂ ਹੋਈਆਂ ਨਾ ਵੀ ਉਦੋਂ ਇਜਾਜ਼ਤੀਆਂ ਹੋਈਆਂ, ਹੁਣ ਤੱਕ ਤਾਂ ਉਹਨਾਂ ਦਾ ਡਿਸੀਜ਼ਨ ਨਹੀਂ ਆਇਆ। ਬਿਲਕੁਲ ਨਹੀਂ ਜਾਣਾ ਕਿਸੇ ਨਾ ਸਕੂਲ ਕੋਲੇ ਜਾਣਾ, ਜਿੱਥੋਂ ਤੱਕ ਜਿੰਨੇ ਮੇਰੇ ਨਾਲ ਪੇਰੈਂਟਸ ਐਗਰੀ ਨੇ, ਨਾ ਕਿਸੇ ਨੂੰ ਰਿਕੁਐਸਟ ਕਰਨੀ ਹੈ। ਸਾਡੇ ਕੋਲ ਰਾਈਟ ਹੈ ਵਿਦਨ 30 ਡੇਜ਼। ਤੁਸੀਂ ਸਾਰੇ ਜਾਣਦੇ ਹੋ ਜਦੋਂ ਕੋਈ ਵੀ ਦਾਵਾ ਨੀਚੇ ਵਾਲੀ ਕੋਰਟ 'ਚ ਚੱਲਦਾ ਹੋਇਆ ਖਾਰਜ ਹੋ ਜਾਂਦਾ, ਉਹਦੀ ਅਪੀਲ ਦਾ ਅਧਿਕਾਰ ਆ, ਉਹ ਵੀ ਕਾਨੂੰਨ ਨੇ ਦਿੱਤਾ ਸਾਨੂੰ। ਜਦੋਂ ਅਸੀਂ ਜੱਜਮੈਂਟ ਨਾਲ ਐਗਰੀ ਨਹੀਂ ਹੈ, 30 ਦਿਨ ਦਾ ਟਾਈਮ ਹੈ, 30 ਦਿਨ ਤੋਂ ਪਹਿਲਾਂ ਹੀ ਫਾਈਲ ਕਰਾਂਗੇ, ਸਟੇ ਲੈਣ ਦੀ ਵੀ ਕੋਸ਼ਿਸ਼ ਕਰਾਂਗੇ, ਔਰ ਇੱਥੋਂ ਨਹੀਂ ਹੋਊਗਾ ਸੁਪਰੀਮ ਕੋਰਟ ਜਾਵਾਂਗੇ। ਅੱਛਾ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਜਾਓਗੇ, ਲੇਕਿਨ ਅੱਜ ਦੀ ਸਿਚੁਏਸ਼ਨ ਦੀ ਗੱਲ ਕਰੀਏ, ਕਰੰਟ ਸਿਚੁਏਸ਼ਨ ਦੀ ਗੱਲ ਕਰੀਏ, ਪੇਰੈਂਟਸ ਦੇ ਟੋਟਲੀ ਅਗੇਂਸਟ ਫੈਸਲਾ ਆਇਆ ਵਾ। ਸਰਕਾਰ ਨੇ ਕੋਈ ਬਾਂਹ ਨਹੀਂ ਫੜੀ ਹੈਗੀ ਪੇਰੈਂਟਸ ਦੀ, ਕੋਰਟ ਨੇ, ਅਦਾਲਤ ਨੇ ਕੋਈ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਹੈਗੀ, ਸਕੂਲਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤਾਂ। ਦੂਸਰੇ ਪਾਸੇ ਅਸੀਂ ਗੱਲ ਕਰੀਏ ਕਿ ਤੁਸੀਂ ਕਹਿੰਦੇ ਹੋ ਕਿ ਕਿਤੇ ਜਾਣ ਦੀ ਲੋੜ ਨਹੀਂ, ਤਾਂ ਅਸੀਂ ਮੰਨ ਲਈਏ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕਾਂ ਨੂੰ ਕਾਨੂੰਨ 'ਤੇ ਵਿਸ਼ਵਾਸ ਆ ਉਹਨਾਂ ਨੂੰ ਫੀਸ ਦੇਣ ਦੀ ਲੋੜ ਨਹੀਂ, ਜੇਕਰ ਦੇਣੀ ਵੀ ਪਈ ਤਾਂ 1 ਮਹੀਨਾ ਲੇਟ ਦੀ ਗੱਲ ਹੋ ਸਕੂਗੀ, ਵੱਧ ਤੋਂ ਵੱਧ ਹਲੇ ਤਾਂ ਬਹੁਤ ਸਾਰੀਆਂ ਅੱਗੇ ਆਪਣੇ ਕੋਲ ਬਹੁਤ ਸਾਰੇ ਆਪਸ਼ਨ ਪਏ ਨੇ। ਹੁਣ ਉਹਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਦੱਸੋ ਜਗਬਾਣੀ ਦੇ ਦਰਸ਼ਕਾਂ ਨੂੰ ਕਿ ਉਹਨਾਂ ਨੂੰ ਫੀਸ ਦੇਣ ਦੀ ਲੋੜ ਨਹੀਂ ਜੀ। ਬਿਲਕੁਲ ਲਾਅ ਕਲੀਅਰ ਆ, ਮੇਰਾ ਲੀਗਲ ਓਪੀਨੀਅਨ ਹੈ। ਮੇਰਾ ਲੀਗਲ ਓਪੀਨੀਅਨ ਮੈਂ ਆਪਣੇ ਮਾਈਂਡ ਦੇ ਅਕੋਰਡਿੰਗਲੀ, ਲਾਅ ਦੇ ਅਕੋਰਡਿੰਗਲੀ ਤੁਹਾਡੇ ਨਾਲ ਗੱਲ ਕਰਦਾ। ਜਿਹੜੇ ਪੇਰੈਂਟਸ ਨੂੰ ਪੂਰਾ ਭਰੋਸਾ ਹੈ ਕਿ ਵੀ ਹਾਂ ਕਾਨੂੰਨ ਹੈ, ਕਾਨੂੰਨ ਨਾਂ ਦੀ ਚੀਜ਼ ਹੈ, ਸਾਨੂੰ ਰਾਈਟ ਟੂ ਅਪੀਲ ਉੱਤੇ ਤੱਕ ਜਾਣਾ ਬਣਦਾ। ਕਈ ਪੇਰੈਂਟਸ ਦੇ ਕੋਲ ਤਾਂ ਪੈਸੇ ਹੈ ਹੀ ਨਹੀਂ ਅਵੇਲੇਬਲ। ਤੁਸੀਂ ਮੈਨੂੰ ਦੱਸੋ ਉਹਨਾਂ ਦੀ ਜੇਬ 'ਚੋਂ ਕਿਹੜਾ ਕਾਨੂੰਨ ਹੈ ਕਹਿੰਦਾ ਤੁਸੀਂ ਪੈਸੇ ਕੱਢ ਲਓ। 6 ਤੋਂ ਲੈ ਕੇ 14 ਸਾਲ ਦੇ ਬੱਚੇ ਦੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਮੈਂ ਨਹੀਂ ਕਹਿੰਦਾ, ਫੰਡਾਮੈਂਟਲ ਰਾਈਟ ਹੈ ਸਾਡਾ। 21A ਇੰਸਰਟਡ ਇਨ ਆਰ ਕਨਸਟੀਟਿਊਸ਼ਨ ਇਨ ਦੀ ਈਅਰ 2002। 6 ਤੋਂ ਲੈ ਕੇ 14 ਸਾਲ। ਇੱਕ ਕੋਈ ਜਿਹਦਾ ਬੱਚਾ ਨਹੀਂ ਵੀ ਪੜ੍ਹਦਾ, ਕੋਈ ਰਿਕਸ਼ਾ ਚਲਾ ਰਿਹਾ ਕੋਈ ਜਾਂ ਕੋਈ ਡੈਫੀਨੇਟਲੀ, ਜਾਂ ਕੋਈ ਮਜ਼ਦੂਰ ਹੈ, ਉਹ ਜਦੋਂ ਕੋਈ ਮਾਚਿਸ ਦੀ ਡੱਬੀ ਲੈਣ ਜਾਂਦਾ ਉਹਦੇ 'ਤੇ ਟੈਕਸ ਲੱਗਦਾ ਹੈ, ਉਹਦੇ 'ਤੇ ਐਜੂਕੇਸ਼ਨ ਸੈਸ ਲੱਗਦਾ ਹੈ। ਪੇਰੈਂਟਸ ਜੇ ਕਿਸੇ ਪੈਟਰੋਲ ਪੰਪ 'ਚ ਜਾਂਦਾ ਡੀਜ਼ਲ ਲੈਂਦਾ, ਉਹਦੇ 'ਤੇ ਟੈਕਸ ਲੱਗੇ ਹੋਏ ਨੇ। ਗਵਰਨਮੈਂਟ ਦੀਆਂ ਰਿਸਪੋਂਸੀਬਿਲਿਟੀਜ਼ ਵੀ ਬਹੁਤ ਨੇ। ਇਹ ਸਕੂਲਾਂ ਨੂੰ ਵੀ, ਜਿਹੜੇ ਸਕੂਲ ਨੇ ਜਿੱਥੇ ਇਹਨਾਂ ਨੂੰ 2-2 4-4 ਏਕੜ ਪ੍ਰੋਵਾਈਡ ਕੀਤੀ ਆ, ਜਦੋਂ ਸੁਸਾਇਟੀ ਬਣਦੀ ਹੈ ਲੈਂਡ, ਜਿੱਥੇ ਤੁਸੀਂ 100 ਗਜ ਦਾ ਪਲਾਟ ਲੈਣ ਲਈ ਸੋਚੀ ਜਾਂਦੇ ਹੋ ਵੀ ਲਈਏ ਨਹੀਂ ਲਈਏ, ਇਹਨਾਂ ਨੂੰ 2-2 ਏਕੜ ਜ਼ਮੀਨ ਜਿਹੜੀ ਹੈ ਸਕੂਲਾਂ ਵਾਸਤੇ, ਬੱਚਿਆਂ ਦੇ ਪੜ੍ਹਾਉਣ ਵਾਸਤੇ ਦਿੱਤੀ ਗਈ ਹੈ ਨਾ। ਮੈਂ ਤਾਂ ਇੱਥੋਂ ਤੱਕ ਕਿਹਾ ਸੀ ਵੀ ਜੇ ਇਹਨਾਂ ਦੀਆਂ ਮੈਨੇਜਮੈਂਟ, ਮੇਰੇ ਪਟੀਸ਼ਨ ਦੇ ਵਿੱਚ ਕੋਈ ਫਾਈਂਡਿੰਗ ਨਹੀਂ ਉਹਦੇ 'ਤੇ, ਅਗਰ ਇਹ ਲੋਕਾਂ ਦੀਆਂ ਮੈਨੇਜਮੈਂਟਾਂ ਤੋਂ ਸਕੂਲ ਨਹੀਂ ਚੱਲਦੇ, ਇਹਨਾਂ ਤੋਂ ਜਿਹੜੀ ਉਹ ਲੈਂਡ ਹੈ ਉਹ ਸਕੂਲ ਹੈ, ਕਿਉਂਕਿ ਸਕੂਲ ਹੈ ਜਿਹੜਾ ਇਹ ਚੈਰੀਟੇਬਲ ਇੰਸਟੀਟਿਊਸ਼ਨ ਹੈ। ਇਹ ਕੋਈ ਬਿਜ਼ਨਸ ਨਹੀਂ, ਸ਼ਾਪ ਨਹੀਂ, ਕੋਈ ਮਾਲ ਨਹੀਂ ਹੈ। ਕਿਉਂਕਿ ਇਹ ਮੈਂ ਨਹੀਂ ਕਹਿੰਦਾ, ਐਕਟ ਕਹਿੰਦਾ ਫੰਡ ਲੱਗਾ ਹੋਇਆ ਪੇਰੈਂਟਸ ਦਾ। ਗਵਰਨਮੈਂਟ ਦੀ ਲੈਂਡ ਕੰਸੈਸ਼ਨਲ ਰੇਟ 'ਤੇ ਐਲੋਕੇਟ ਕੀਤੀ ਗਈ ਹੈ। ਗਵਰਨਮੈਂਟ ਓਵਰਟੇਕ ਕਰਕੇ ਕਿਸੇ ਹੋਰ ਨੂੰ ਕਰ ਦੇ ਜਾਂ ਗਵਰਨਮੈਂਟ ਚਲਾ ਦੇ। ਗਵਰਨਮੈਂਟ ਕੋਲ ਐਬਸੋਲਿਊਟ ਪਾਵਰ ਹੈ ਲੈਜਿਸਲੇਟ ਕਰਨ ਦੀ। ਕਾਨੂੰਨ ਬਣਾਉਣਾ ਸਰਕਾਰ ਨੇ, ਲਾਗੂ ਕਰਾਉਣਾ ਜਾਂ ਲਾਗੂ ਕਰਕੇ ਉਹਦੀ ਵੈਲਿਡਿਟੀ ਦੇਖਣੀ ਹੈ ਕੋਰਟ ਨੇ। ਮੈਂ ਤੁਹਾਨੂੰ ਦੱਸਦਾ, SYL ਦਾ ਮੁੱਦਾ ਹੋਇਆ। SYL ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਡਿਸੀਜ਼ਨ ਦਿੱਤਾ,
ਪੰਜਾਬ ਦੀ ਗਵਰਨਮੈਂਟ ਨੇ ਉਸ ਟਾਈਮ ਇੱਕ ਨਵਾਂ ਐਕਟ ਲੈ ਆਂਦਾ ਰਾਤੋਂ ਰਾਤ। ਕੋਈ ਵੱਡਾ ਇਸ਼ੂ ਨਹੀਂ, ਮੈਂ ਨਹੀਂ ਕਹਿੰਦਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕੋਈ ਵਿਘਨ ਪਾਣਾ, ਬਟ ਜੇ ਸੁਸਾਇਟੀ ਨੂੰ ਪ੍ਰੋਟੈਕਟ ਗਵਰਨਮੈਂਟ ਨਹੀਂ ਕਰੂਗੀ ਤਾਂ ਹੋਰ ਕੌਣ ਕਰੇਗਾ। ਇੱਕ ਦੂਜੇ ਨੰਬਰ 'ਤੇ ਮੈਂ ਅਪੀਲ ਦਾ ਤੁਹਾਨੂੰ ਅਧਿਕਾਰ ਦੱਸਿਆ ਸਾਡੇ ਕੋਲ ਆਲਰੇਡੀ ਹੈ। ਇੱਕ ਨੋਟੀਫਿਕੇਸ਼ਨ ਮੇਰਾ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੈ, 8ਵੀਂ ਤੱਕ ਦੇ ਬੱਚੇ ਨੂੰ ਫੇਲ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਜ਼ਿਆਦਤੀਆਂ ਕਿੱਥੇ ਕਰੋਗੇ? ਮੈਂ ਤਾਂ ਪੇਰੈਂਟਸ ਮੇਰੇ ਨਾਲ ਬੈਠੇ ਹੋਏ ਸੀ, ਜਦੋਂ ਉਹਨਾਂ ਨਾਲ ਮੈਂ ਪੂਰਾ ਐਲੈਬੋਰੇਟਲੀ ਲੀਗਲੀ ਡਿਸਕਸ ਕਰ ਰਿਹਾ ਸੀ, ਕਿਉਂਕਿ ਕੱਲ ਬਹੁਤ ਪੇਰੈਂਟਸ ਆਏ ਹੋਏ ਸੀ, ਪ੍ਰੈਜ਼ੀਡੈਂਟ ਆਏ ਹੋਏ ਸੀ ਆਲ ਡਿਸਟ੍ਰਿਕਟਸ ਦੇ। ਉਹ ਕਹਿੰਦੇ ਬਾਗੜੀ ਸਾਹਿਬ ਕੀ ਅਸੀਂ ਇਹਨਾਂ ਨੂੰ ਸਕੂਲਾਂ ਨੂੰ ਛੱਡ ਦਈਏ ਜਾਂ ਸਕੂਲਾਂ 'ਚ ਅਸੀਂ ਬੰਦੇ ਕਰ ਦਈਏ ਕਲਾਸਿਸ? ਹੁਣ ਤਾਂ ਬਰਡਨ ਹੈ, ਅਸੀਂ ਆਪਣੀ ਬਿਜਲੀ ਮਚਾਉਂਦੇ ਹਾਂ। ਕੋਰਟ ਕਹਿੰਦੀ ਹੈ ਜਿਹੜੀ ਤੁਹਾਡੀ ਬਿਜਲੀ ਖਰਚ ਹੋਈ ਹੈ ਸਕੂਲਾਂ ਦੀ, ਇੱਥੋਂ ਤੱਕ ਛੋਟ ਦਿੱਤੀ ਹੈ ਵੀ ਜਿਹੜੇ ਐਨੂਅਲ ਚਾਰਜਸ ਬਿਲਡਿੰਗ ਜਿਹੜੇ ਤੁਸੀਂ ਆਪੇ ਕੈਲਕੂਲੇਟ ਕਰ ਲਓ। ਸਕੂਲਾਂ ਨੂੰ ਇੱਥੋਂ ਤੱਕ ਲਿਬਰਟੀ ਦੇਤੀ ਕਿ ਜਿਹੜੀ ਤੁਹਾਡੀ ਟਰਾਂਸਪੋਰਟੇਸ਼ਨ, ਜਿਹੜੀਆਂ ਤੁਹਾਡੀਆਂ ਘਰੇ ਬੱਸਾਂ ਖੜੀਆਂ ਨੇ ਜਾਂ ਉਹਨਾਂ ਦਾ ਜਿਹੜਾ ਖਰਚਾ ਕੋਈ ਜੈਨੂਅਨ ਹੈ ਜੋ ਉਹ ਵੀ ਲੈ ਲਓ। ਹੁਣ ਜੈਨੂਅਨ ਚੈੱਕ ਕੌਣ ਕਰੇਗਾ? ਜਿਹੜੇ ਇੱਕ ਆਰਡਰ ਜਿਹੜਾ ਬਹੁਤ ਜ਼ਿਆਦਾ ਮੈਨੂੰ ਐਡਵਰਸਲੀ ਇਫੈਕਟ ਕਰ ਰਿਹਾ, ਅਸੀਂ ਕਹਿੰਦੇ ਸੀ ਸਿਰਫ ਉਹ ਬੱਚਿਆਂ ਤੋਂ 19 ਫੀਸ ਲਈ ਜਾਵੇ ਜਿੰਨੇ ਕਲਾਸਿਸ ਲੱਗਦੀਆਂ ਨੇ। ਕੋਰਟ ਨੇ ਕਹਿਤਾ ਕਿਸੇ ਸਕੂਲ ਨੇ ਕੋਈ ਕਲਾਸ ਲਾਈ ਹੈ ਨਹੀਂ ਲਾਈ ਹੈ, ਟਿਊਸ਼ਨ ਫੀ ਤਾਂ ਉਹ ਲਈ ਸਕਦੇ ਨੇ ਸਾਰੇ। ਸਰ ਤੁਸੀਂ ਇਉਂ ਦੱਸੋ ਵੀ ਕੋਈ ਦੁਨੀਆ 'ਚ ਇੱਦਾਂ ਦਾ ਕਾਨੂੰਨ ਹੈ? ਤੁਸੀਂ ਆਪਾਂ ਇੱਥੇ ਖੜੇ ਹੋਏ ਹਾਂ, ਆਪਾਂ ਨੂੰ ਕੋਈ ਕਹੇ ਯਾਰ ਤੁਹਾਡੇ ਕੋਲ ਤੁਹਾਡਾ ਚਾਹੇ ਘਰ ਦਰਾਂ ਤੱਕ ਭਰਿਆ ਹੋਇਆ, ਤੁਹਾਨੂੰ ਕੋਈ ਕਹੇ ਵੀ ਯਾਰ ਉਹ ਬਾਹਰ ਬੰਦਾ ਜਿਹੜਾ ਟੈਕਸੀ ਵਾਲਾ ਉਹਨੇ ਕਿਸ਼ਤਾਂ ਦੇਣੀਆਂ ਆਪਣੀ ਟੈਕਸੀ ਦੀਆਂ, ਅਤੇ ਉਹਨੇ ਆਪਣਾ ਇੰਸ਼ੋਰੈਂਸ ਦੇਣਾ, ਉਹਨੇ ਆਪਣੀਆਂ ਹੋਰ ਇੰਸਟਾਲਮੈਂਟਸ ਪੇ ਕਰਨੀਆਂ, ਰੋਡ ਟੈਕਸ ਪੇ ਕਰਨਾ, ਤੁਹਾਡੇ ਕੋਲ ਬਹੁਤ ਪੈਸਾ ਹੈ, ਤੁਸੀਂ ਇਹਨੂੰ ਦੇ ਦਿਓ ਜੀ ਪੈਸੇ। ਤੁਸੀਂ ਕਹੋਗੇ ਜਦੋਂ ਮੈਂ ਸਰਵਿਸ ਨਹੀਂ ਲਈ ਮੈਂ ਕਿਉਂ ਦੇਵਾਂ? ਇਹ ਕੈਲਕੂਲੇਟ ਕਰ ਲਓ। ਸਕੂਲਾਂ ਨੂੰ ਇੱਥੋਂ ਤੱਕ ਲਿਬਰਟੀ ਦੇਤੀ ਕਿ ਜਿਹੜੀ ਤੁਹਾਡੀ ਟਰਾਂਸਪੋਰਟੇਸ਼ਨ, ਜਿਹੜੀਆਂ ਤੁਹਾਡੀਆਂ ਘਰੇ ਬੱਸਾਂ ਖੜੀਆਂ ਨੇ ਜਾਂ ਉਹਨਾਂ ਦਾ ਜਿਹੜਾ ਖਰਚਾ ਕੋਈ ਜੈਨੂਅਨ ਹੈ ਜੋ ਉਹ ਵੀ ਲੈ ਲਓ। ਹੁਣ ਜੈਨੂਅਨ ਚੈੱਕ ਕੌਣ ਕਰੇਗਾ? ਜਿਹੜੇ ਇੱਕ ਆਰਡਰ ਜਿਹੜਾ ਬਹੁਤ ਜ਼ਿਆਦਾ ਮੈਨੂੰ ਐਡਵਰਸਲੀ ਇਫੈਕਟ ਕਰ ਰਿਹਾ, ਅਸੀਂ ਕਹਿੰਦੇ ਸੀ ਸਿਰਫ ਉਹ ਬੱਚਿਆਂ ਤੋਂ 19 ਫੀਸ ਲਈ ਜਾਵੇ ਜਿੰਨੇ ਕਲਾਸਿਸ ਲੱਗਦੀਆਂ ਨੇ। ਕੋਰਟ ਨੇ ਕਹਿਤਾ ਕਿਸੇ ਸਕੂਲ ਨੇ ਕੋਈ ਕਲਾਸ ਲਾਈ ਹੈ ਨਹੀਂ ਲਾਈ ਹੈ, ਟਿਊਸ਼ਨ ਫੀ ਤਾਂ ਉਹ ਲਈ ਸਕਦੇ ਨੇ ਸਾਰੇ। ਸਰ ਤੁਸੀਂ ਇਉਂ ਦੱਸੋ ਵੀ ਕੋਈ ਦੁਨੀਆ 'ਚ ਇੱਦਾਂ ਦਾ ਕਾਨੂੰਨ ਹੈ? ਤੁਸੀਂ ਆਪਾਂ ਇੱਥੇ ਖੜੇ ਹੋਏ ਹਾਂ, ਆਪਾਂ ਨੂੰ ਕੋਈ ਕਹੇ ਯਾਰ ਤੁਹਾਡੇ ਕੋਲ ਤੁਹਾਡਾ ਚਾਹੇ ਘਰ ਦਰਾਂ ਤੱਕ ਭਰਿਆ ਹੋਇਆ, ਤੁਹਾਨੂੰ ਕੋਈ ਕਹੇ ਵੀ ਯਾਰ ਉਹ ਬਾਹਰ ਬੰਦਾ ਜਿਹੜਾ ਟੈਕਸੀ ਵਾਲਾ ਉਹਨੇ ਕਿਸ਼ਤਾਂ ਦੇਣੀਆਂ ਆਪਣੀ ਟੈਕਸੀ ਦੀਆਂ, ਅਤੇ ਉਹਨੇ ਆਪਣਾ ਇੰਸ਼ੋਰੈਂਸ ਦੇਣਾ, ਉਹਨੇ ਆਪਣੀਆਂ ਹੋਰ ਇੰਸਟਾਲਮੈਂਟਸ ਪੇ ਕਰਨੀਆਂ, ਰੋਡ ਟੈਕਸ ਪੇ ਕਰਨਾ, ਤੁਹਾਡੇ ਕੋਲ ਬਹੁਤ ਪੈਸਾ ਹੈ, ਤੁਸੀਂ ਇਹਨੂੰ ਦੇ ਦਿਓ ਜੀ ਪੈਸੇ। ਤੁਸੀਂ ਕਹੋਗੇ ਜਦੋਂ ਮੈਂ ਸਰਵਿਸ ਨਹੀਂ ਲਈ ਮੈਂ ਕਿਉਂ ਦੇਵਾਂ? ਸਰ ਇੱਕ ਤਾਂ ਗੱਲ ਬਾਗੜੀ ਸਾਹਿਬ ਤੁਹਾਡੀ ਇਹ ਹੈਗੀ ਕਿ ਬਹੁਤ ਪੈਸਾ, ਲੋਕਾਂ ਕੋਲ ਤਾਂ ਪੈਸਾ ਹੈ ਹੀ ਨਹੀਂਗਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਕਾਨੂੰਨ ਆ ਲੋਕਾਂ ਦੇ ਲਈ ਬਣਾਇਆ ਜਾਂਦਾ, ਨਾ ਕਿ ਕਾਨੂੰਨ ਦੇ ਲਈ ਲੋਕ ਬਣਾਏ ਜਾਂਦੇ ਨੇ। ਜਿਹੜਾ ਕਾਨੂੰਨ ਆ ਲੋਕਾਂ ਦੇ, ਜੇ ਲੋਕਾਂ ਦੀ ਗੱਲ ਹੀ ਨਹੀਂ ਸੁਣਨੀ ਹੈਗੀ ਕਾਨੂੰਨ ਨੇ, ਤਾਂ ਲੋਕਾਂ ਦੇ ਦਿਲ ਦੇ ਵਿੱਚ ਕੀ ਜਾਂਦਾ? ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਕੱਲ੍ਹ ਜਿਹਦੇ 2 ਬੱਚੇ ਸੀ ਉਹ ਬੱਚੇ ਰੋ ਰਹੇ ਸੀਗੇ, ਉਹ ਕਹਿੰਦੇ ਅਸੀਂ ਇੰਨੀ ਫੀਸ ਕਿਵੇਂ ਦੇਵਾਂਗੇ, ਸਾਡੇ ਬੱਚੇ ਸਕੂਲ ਨਹੀਂ ਗਏ, ਐਡਮਿਸ਼ਨ ਫੀਸ ਕਾਹਦੀ, ਸਾਡੇ ਬੱਚਿਆਂ ਨੇ ਕਲਾਸ ਨਹੀਂ ਲਾਈ, ਟਿਊਸ਼ਨ ਫੀਸ ਕਾਹਦੀ, ਜਿਹੜੇ 3 ਮਹੀਨੇ ਸਕੂਲ ਬੰਦ ਰਹੇ ਨੇ ਉਹਦੀ ਕਾਹਦੀ ਫੀਸ ਦੇਣੀ ਚਾਹੀਦੀ ਆ। ਅਤੇ ਇੰਨਾ ਹੋਣ ਦੇ ਬਾਵਜੂਦ ਵੀ ਮਤਲਬ ਅਦਾਲਤ ਇੱਦਾਂ ਦਾ ਫੈਸਲਾ ਦਿੰਦੀ ਆ, ਤਾਂ ਇਹ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਉੱਤੇ ਬੋਝ ਪਾਉਣ ਦੀ ਗੱਲ ਹੀ ਹੈ ਜੀ। ਸਰ ਮੈਂ ਇੱਕ ਵੀ ਲਾਈਨ, ਜਿਹੜੀਆਂ ਤੁਸੀਂ ਇਹ ਗੱਲਾਂ ਕਰੀਆਂ ਨਾ, ਮੈਂ ਬਲੈਕ ਐਂਡ ਵਾਈਟ 'ਚ ਕੇਸ ਲਾਅ ਦੇ ਅਕੋਰਡਿੰਗਲੀ, ਕਾਨੂੰਨ ਦੇ ਅਕੋਰਡਿੰਗਲੀ ਕੋਰਟ ਦੇ ਅੱਗੇ ਰੱਖੀਆਂ ਨੇ। ਇੱਕ ਮੈਂ ਐਪਲੀਕੇਸ਼ਨ ਫਾਈਲ ਕੀਤੀ, ਇੱਕ ਲੱਗੀਆਂ 5 ਸੀਗੀਆਂ, 10 ਐਪਲੀਕੇਸ਼ਨ ਸੀਗੀਆਂ ਮੇਰੀਆਂ ਉਹਦੇ 'ਚ। ਉਹ 'ਚ ਮੈਂ ਇਹਨਾਂ ਤੋਂ ਕੋਰਟ ਨੂੰ ਮੰਗਿਆ ਸੀ ਕਿ ਤੁਸੀਂ ਇਹਨਾਂ ਨੂੰ ਕਹੋ, ਇਹ ਕਹਿੰਦੇ ਨੇ ਨਾ ਵੀ ਸਾਡਾ ਖਰਚਾ ਜ਼ਿਆਦਾ ਹੈ, ਇਹਨਾਂ ਤੋਂ ਸਕੂਲ ਵਾਈਜ਼ ਮੰਗਾਓ, ਦੇਖੀ ਤਾਂ ਸਹੀ ਵੀ ਕਿੰਨਾ ਕੁ ਖਰਚਾ ਬਣਦਾ। ਜਿਵੇਂ ਅਸੀਂ ਮੀਡੀਏਸ਼ਨ ਦੇ ਟਾਈਮ ਵੀ ਕੀਤਾ ਸੀ ਵੀ ਟੀਚਰਸ ਦੇ ਅਗੇਂਸਟ ਸਾਨੂੰ ਕੋਈ ਗਰਜ ਨਹੀਂ, ਜੇ ਮਿਹਨਤ ਕਰਦੇ ਨੇ ਅਸੀਂ ਪੈਸੇ ਦੇਣ ਲਈ ਤਿਆਰ ਹਾਂ। ਜਿਵੇਂ ਮੈਂ ਇੱਕ ਸਕੂਲ ਵਾਸਤੇ ਦੱਸਿਆ ਸੀ ਵੀ ਉਹਦੇ 'ਚ 1900 ਤੋਂ ਜ਼ਿਆਦਾ ਬੱਚੇ ਨੇ, 5750 ਤੋਂ ਲੈ ਕੇ 6000 ਰੁਪਈਆ ਸਿਰਫ ਮੰਥਲੀ ਫੀਸ ਹੈ, ਐਨੂਅਲ ਚਾਰਜ ਤੋਂ ਬਿਨਾਂ ਔਰ ਉਹ 1 ਕਰੋੜ 5 ਲੱਖ ਦੇ ਕਰੀਬ ਕੁਛ ਬਣਦੀ ਸੀ ਅਮਾਊਂਟ ਜਿੰਨੇ ਬੱਚੇ ਨੇ। ਔਰ ਉਹਨਾਂ ਦੇ ਟੀਚਰ ਸਟਾਫ, ਨਾਨ ਟੀਚਿੰਗ ਸਾਰਾ ਸਟਾਫ ਮਿਲਾ ਕੇ ਸੈਲਰੀ ਮੈਕਸੀਮਮ ਬਣਦੀ ਸੀ 20 ਤੋਂ ਲੈ ਕੇ 25 ਲੱਖ। ਉਹ 75 ਲੱਖ ਰੁਪਇਆ ਮੈਨੇਜਮੈਂਟ ਦੇ ਖਾਤੇ 'ਚ ਬਚਣ ਨੂੰ ਸੀ। ਤੁਸੀਂ ਮੈਂ ਕੋਰਟ 'ਚ ਮੰਗਿਆ ਸੀ ਵੀ ਇਹ ਹਰ ਮਹੀਨੇ ਸਿਰਫ ਟਿਊਸ਼ਨ ਫੀ ਦਾ, ਹੋਰ ਚਾਰਜਸ ਨਾਲ ਤਾਂ ਬਹੁਤ ਵੱਧ ਹੈ, ਮੈਂ ਸਿਰਫ ਟਿਊਸ਼ਨ ਫੀ ਦੀ ਗੱਲ ਕਰ ਰਿਹਾ। ਇਹ ਮੋਹਾਲੀ ਦੇ ਸਕੂਲ, ਕਈ ਸਕੂਲ ਦੀ ਫੀਸ ਇਹ ਬੜੀ ਘੱਟ ਹੈ ਸਟਰਕਚਰ ਦੇ ਅਕੋਰਡਿੰਗਲੀ, ਮੈਂ ਉਹਦੀ ਕਮੈਂਟ ਨਹੀਂ ਕਰ ਰਿਹਾ। ਜਦੋਂ ਇਹ ਕੋਰਟ ਆਏ ਸੀ, ਮੈਂ ਕੋਰਟ ਨੂੰ ਕਿਹਾ ਸੀ ਕਿ ਇਹਨਾਂ ਤੋਂ ਮੰਗੋ ਤੇ ਸਹੀ ਨਾ। ਜੇ ਕੋਈ ਕੋਰਟ ਆਂਦਾ ਤਾਂ ਉਹ ਐਵੀਡੈਂਸ ਤੇ ਹੀ ਆਂਦਾ ਕਿ ਕੱਲਾ ਮਤਲਬ ਗੱਲਾਂ ਸੁਣਾਊਗਾ ਤੇ ਉਸ ਤੋਂ ਬਾਅਦ ਆਰਡਰ ਲੈ ਜਾਊਗਾ। ਇਹਨਾਂ ਦਾ ਪੂਰੀਆਂ ਰਿਟਾਂ ਚੈੱਕ ਕਰ ਲਓ, ਕਿਸੇ ਦੇ ਵਿੱਚ ਇਹਨਾਂ ਨੇ ਉਹ ਮੇਰੀ ਐਪਲੀਕੇਸ਼ਨ 'ਚ ਨੋਟਿਸ ਕੀਤਾ ਪਹਿਲੇ ਜੱਜ ਸਾਹਿਬ ਨੇ 6/1 ਨੂੰ। ਨੋਟਿਸ ਦਾ ਮਤਲਬ ਹੁੰਦਾ ਸੰਮਣ ਕੀਤੇ ਵੀ ਤੁਸੀਂ ਰਿਪਲਾਈ ਦਿਓ, ਇਹਨਾਂ ਨੇ ਰਿਪਲਾਈ ਨਹੀਂ ਫਾਈਲ ਕੀਤਾ।
ਉਹਦੀ ਕੋਈ ਫਾਈਂਡਿੰਗ ਹੀ ਨਹੀਂ ਹੈ, ਜਜਮੈਂਟ 'ਚ ਫਾਈਂਡਿੰਗ ਹੀ ਨਹੀਂ ਉਹਦੇ ਰਿਲੇਟਡ। ਮੈਂ ਇਸ ਜਜਮੈਂਟ ਦੇ ਵਿੱਚ ਪੇਰੈਂਟਸ ਵਾਸਤੇ ਕੋਈ ਵੀ ਪੱਖ ਆਪਣੇ ਵੱਲੋਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ, ਮੈਨੂੰ 1 ਦਿਨ 2 ਦਿਨ ਮਿਲੇ ਸੀ ਜਵਾਬ ਦਾਵਾ ਫਾਈਲ ਕਰਨ ਵਾਸਤੇ 12 ਤਰੀਕ ਨੂੰ, ਕਿਉਂਕਿ ਅਲਾਓ ਮੇਰੀ ਸਰ ਉਹ ਰਨਿੰਗ ਇਨ ਮੈਂ ਦਿਨ ਰਾਤ ਜਾ ਕੇ ਇੱਕ ਵੀ ਲਾਈਨ ਨਹੀਂ ਛੱਡੀ ਹੋਈ ਉਹ 'ਚ, ਪੂਰਾ ਬੇਸ। ਮੈਂ ਪੇਰੈਂਟਸ, ਤੁਸੀਂ ਕਹਿੰਦੇ ਵੀ ਬੱਚਿਆਂ ਦੇ ਪੇਰੈਂਟਸ ਰੋਂਦੇ ਨੇ, ਮੈਂ ਕਹਿੰਦਾ ਬਿਲਕੁਲ ਨਹੀਂ ਰੋਣਾ, ਤੁਸੀਂ ਭਿਖਾਰੀ ਨਹੀਂ ਹੈ, ਤੁਸੀਂ ਮਾਲਕ ਹੋ, ਆਪਣੀ ਜਿਹੜੀ ਰਾਈਟਸ ਨੇ ਉਹਦੇ ਲਈ ਲੜਨਾ ਪੈਂਦਾ। ਮੈਂ ਤੁਹਾਡੇ ਨਾਲ ਲੀਗਲ ਸਰਵਿਸ ਪ੍ਰੋਵਾਈਡ ਕਰਨ ਲਈ ਬਿਲਕੁਲ ਫ੍ਰੀ ਆਫ ਕਾਸਟ ਇਹਨੂੰ ਲੜ ਰਿਹਾ ਸਰ। ਮੈਂ ਇਹ ਗੱਲ ਤੁਹਾਨੂੰ ਯਕੀਨੀ ਦਿਵਾਉਣਾ, ਇੱਥੇ ਨਹੀਂ ਉਹ ਤੋਂ ਉੱਤੇ ਨਹੀਂ, ਐਂਡ ਤੱਕ ਕੋਈ ਨਾ ਕੋਈ ਹੱਲ ਇਹਦਾ ਮੇਰਾ ਦਿਲ ਤੇ ਦਿਮਾਗ ਕਹਿੰਦਾ ਹੈ ਕਾਨੂੰਨ ਦੇ ਮੁਤਾਬਿਕ ਹੋਏਗਾ ਹੀ ਹੋਏਗਾ। ਅੱਛਾ, ਜਿਹੜੇ ਜੱਜ ਸਾਹਿਬਾ ਕੀ ਨਾਂ ਨੇ ਜੀ ਉਹਨਾਂ ਦੇ ਜਿਨ੍ਹਾਂ ਨੇ ਫੈਸਲਾ ਦਿੱਤਾ? ਜਸਟਿਸ ਨਿਰਮਲਜੀਤ ਕੌਰ, ਇਟਸ ਅ ਬੈਂਚ ਆਫ ਜਸਟਿਸ ਨਿਰਮਲਜੀਤ ਕੌਰ। ਇਹ ਸਿੰਗਲ ਬੈਂਚ ਦਾ ਫੈਸਲਾ ਜੀ? ਯੈਸ, ਇਹ ਸਿੰਗਲ ਬੈਂਚ ਦਾ। ਅੱਛਾ, ਅਤੇ ਜਿਵੇਂ ਜਸਟਿਸ ਨਿਰਮਲਜੀਤ ਕੌਰ ਦੀ ਗੱਲ ਕੀਤੀ ਕਿ ਉਹਨਾਂ ਨੇ ਜਿਹੜਾ ਫੈਸਲਾ ਹੈਗਾ ਵਾ ਉਹਨਾਂ ਦਾ ਸਕੂਲ ਦਾ ਪੱਖ ਸੁਣਦੇ ਹੋਏ ਸਕੂਲ ਦੇ ਹੱਕ ਦੇ ਵਿੱਚ ਦਿੱਤਾ ਵਾ, ਤਾਂ ਪੇਰੈਂਟਸ ਦਾ ਵੀ ਹੱਕ ਜਿਹੜਾ ਪ੍ਰੋਪਰਲੀ ਸੁਣਿਆ ਗਿਆ ਕਿ ਨਹੀਂ, ਤੁਸੀਂ ਕੀ ਮੰਨਦੇ? ਸਰ ਤੁਸੀਂ ਜਜਮੈਂਟ ਦੇਖੋ ਨਾ, ਪੇਰੈਂਟਸ ਨੂੰ ਜਿੰਨਾ ਟਾਈਮ ਮਿਲਣਾ ਚਾਹੀਦਾ ਸੀ, ਮੈਂ ਓਪਨਲੀ ਕਹਿੰਦਾ ਉਹਨਾਂ ਪੇਰੈਂਟਸ ਨੂੰ ਟਾਈਮ ਨਹੀਂ ਮਿਲਿਆ। ਠੀਕ ਹੈ। ਜਿੱਥੇ ਤੱਕ ਆਰਗੂਮੈਂਟਸ ਦਾ ਕੁਐਸਚਨ ਹੁੰਦਾ ਸੀ, ਉਹ ਫਿਰ ਵੀ ਚਲੋ ਉਹ ਡਿਊਰਿੰਗ ਦੀ ਕੋਰਸ ਆਫ ਆਰਗੂਮੈਂਟ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ ਇਸ਼ੂ। ਮੈਂ ਰਿਜ਼ਲਟ ਦੇਖ ਰਿਹਾ, ਬਲੈਕ ਐਂਡ ਵਾਈਟ 'ਚ ਮੇਰਾ ਰਿਕਾਰਡ ਦੇ ਵਿੱਚ ਕੋਈ ਊਨਤਾ ਹੀ ਨਹੀਂ ਹੈ। ਮੈਂ ਤਾਂ ਉਹ ਰਿਕਾਰਡ ਲਾਇਆ, ਅਗਰ ਮੈਂ ਕਿਹਾ ਵੀ ਕਿੰਡਰਗਾਰਡਨ ਅਤੇ 2nd ਸਟੈਂਡਰਡ ਦਾ ਬੱਚਾ ਜਿਹਨੂੰ ਬੈਠਣਾ ਨਹੀਂ ਆਉਂਦਾ, ਉਹ ਤੋਂ ਕਿਸ ਚੀਜ਼ ਦੀ ਫੀਸ ਲਈ ਜਾਵੇ? ਕੋਰਟ ਕਹਿੰਦਾ ਵੀ ਜਿਹਨੇ ਕਲਾਸ ਦਿੱਤੀ ਹੈ ਚਾਹੇ ਨਹੀਂ ਦਿੱਤੀ, ਉਹ ਫੀਸ ਲੈ ਲਓ। ਇਹ ਮੇਰੇ ਅਕੋਰਡਿੰਗਲੀ ਟੈਨੇਬਲ ਨਹੀਂ ਹੈ। ਔਨਰੇਬਲ ਡਿਵੀਜ਼ਨ ਬੈਂਚ ਦੇ ਕੋਲ ਸਾਡੇ ਕੋਲ ਰਾਈਟ ਟੂ ਅਪੀਲ ਹੈ, ਬਹੁਤ ਜਲਦ ਕੋਈ ਨਾ ਕੋਈ ਇਹਦੇ ਦੇ ਮਤਲਬ ਫੈਸਲੇ ਦੇ ਹੁੰਦਾ ਹੀ ਆਉਂਦਾ। ਕਿੰਨੀਆਂ ਜਜਮੈਂਟਾਂ ਆਪਾਂ ਡੇਲੀ ਰੂਟੀਨ 'ਚ ਦੇਖਦੇ ਹਾਂ। ਉਹ ਤੋਂ ਬਾਅਦ ਅਪੀਲ ਹੁੰਦੀ ਹੈ, ਉਸ ਤੋਂ ਬਾਅਦ ਫਿਰ ਅਪੀਲ ਹੁੰਦੀ ਹੈ, ਉਸ ਤੋਂ ਬਾਅਦ ਐਗਜ਼ੀਕਿਊਸ਼ਨਾਂ ਫਾਈਲ ਹੁੰਦੀਆਂ। ਇਹ ਸਕੂਲ ਵਾਲੇ ਪਹਿਲਾਂ ਵੀ ਮੰਗਦੇ ਰਹੇ ਨੇ, ਹੁਣ ਵੀ ਮੈਸੇਜ ਕਰਨਗੇ, ਥ੍ਰੈਟਨਿੰਗ ਵਾਰਨਿੰਗ ਵੀ ਦੇਣਗੇ ਪੇਰੈਂਟਸ ਨੂੰ। ਜਿੰਨੇ ਪੇਰੈਂਟਸ ਨੂੰ ਭਰੋਸਾ ਹੈ ਉਹਨਾਂ ਨੂੰ ਮੈਂ ਕਲੀਅਰ ਕਰਤਾ ਵੀ ਕੀ ਜਿਹੜਾ ਕਾਨੂੰਨ ਪ੍ਰਕਿਰਿਆ ਉਹ ਕੰਟੀਨਿਊ ਰਹੇਗੀ। ਅਤੇ ਤੁਸੀਂ ਮਤਲਬ ਫੀਸ ਨਾ ਦਿਓ, ਸਿੱਧਾ ਚਰਨਪਾਲ ਸਿੰਘ ਬਾਗੜੀ ਨੇ ਸਿੱਧੇ ਤੌਰ 'ਤੇ ਕਿਹਾ ਕਿ ਤੁਸੀਂ ਫੀਸ ਨਾ ਦਿਓ, ਤੁਹਾਨੂੰ ਅਦਾਲਤ 'ਤੇ ਭਰੋਸਾ ਰੱਖਣਾ ਚਾਹੀਦਾ ਵਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਵੀ ਕੀਤਾ ਜਾਊਗਾ। ਅੱਛਾ, ਆਪਾਂ ਸਰਕਾਰ ਦੀ ਗੱਲ ਕਰੀਏ ਬਾਗੜੀ ਸਾਹਿਬ, ਸਰਕਾਰ ਤਾਂ ਫਿਰ ਬਿਲਕੁਲ ਫੇਲ ਹੋ ਗਈ, ਅਤੇ ਇਸ ਹਿਸਾਬ ਨਾਲ ਤਾਂ ਲੋਕ ਬਿਲਕੁਲ ਉਲਟ ਹੋ ਜਾਣਗੇ ਜੀ, ਕਿਉਂਕਿ ਲੋਕ ਜੇਕਰ ਉਹਨਾਂ ਕੋਲ ਸਰਕਾਰ ਦਾ ਕੋਈ ਉਹੀ ਨਹੀਂ ਹੈਗਾ ਕਿ ਉਹਨਾਂ ਨੂੰ ਕੋਈ ਪੱਖ ਦੇ, ਸਰਕਾਰ ਉਹਨਾਂ ਦੀ ਗੱਲ ਹੀ ਨਹੀਂ ਕਰ ਰਹੀ ਹੈਗੀ, ਅਦਾਲਤ ਉਹਨਾਂ ਦੇ ਪੱਖ ਦੀ ਗੱਲ, ਤਾਂ ਲੋਕ ਤਾਂ ਇਸ ਵਿਦਰੋਹ ਦੇ ਉੱਤੇ ਆਉਣਗੇ ਜੀ। ਸਰ ਦੇਖੋ, ਕੁਐਸਚਨ ਕੀ ਹੈ, ਸਹੀ ਤੇ ਗਲਤ ਦਾ ਕੁਐਸਚਨ ਹੈ। ਤੁਸੀਂ ਮੈਨੂੰ ਯੂਜਲੀ ਹੈ ਲਾਅ ਨੂੰ, ਕੋਰਟ ਜਿਹੜੀ ਹੈ, ਕੋਰਟ ਨੇ ਕਰਨੀ ਹੁੰਦੀ ਹੈ ਇਕੁਇਟੀ। ਤੁਸੀਂ ਦੇਖਿਆ ਹੋਣਾ ਉਹ ਪੱਟੀ ਬੰਨੀ ਹੁੰਦੀ ਹੈ ਨਾ, ਵੀ ਕੋਰਟ, ਉਹਦਾ ਮਤਲਬ ਇਹ ਹੁੰਦਾ ਕੋਰਟ ਇਹ ਨਾ ਦੇਖੇ ਵੀ ਇੱਧਰ ਬੜਾ ਬੰਦਾ ਖੜਾ ਇੱਧਰ ਛੋਟਾ, ਉਹਦਾ ਮਤਲਬ ਇਹ ਹੁੰਦਾ ਵੀ ਸਾਰੇ ਬਰਾਬਰ ਨੇ। ਤੁਸੀਂ ਹਾਈ ਕੋਰਟ ਦੇ ਵਿੱਚ ਇੱਕ ਲੋਗੋ ਲੱਗਾ, ਉਹਦੇ 'ਚ ਜਿਹੜਾ ਤਰਾਜੂ ਦਾ ਸੈਂਟਰ ਹੈ ਨਾ, ਜਿੱਥੇ ਫੜਦੇ ਹਾਂ ਆਪਾਂ ਤਕੜੀ ਨੂੰ, ਉਹ ਹੌਲੇ ਵਾਲੇ ਪਾਸੇ ਨੂੰ ਕੀਤਾ ਹੋਇਆ, ਹਲਕੇ। ਜਿਹੜਾ ਗਰੀਬ ਬੰਦਾ ਹੈ, ਜਿਹਦੀ ਕੋਈ ਸੁਣਵਾਈ ਨਹੀਂ ਕਰਦਾ, ਉਹਦੇ ਵਾਸਤੇ ਕੋਰਟ ਬਣੀ ਸੀ ਵੀ ਉਹਨੂੰ ਬਰਾਬਰ ਕਰ ਦੇਵੇ ਭਾਰੇ ਦੇ, ਕਿਉਂਕਿ ਜੇ ਤੁਸੀਂ ਸੈਂਟਰ 'ਚੋਂ ਫੜੋਗੇ, ਹੌਲੇ ਨੇ ਉੱਤੇ ਚੱਕਿਆ ਜਾਣਾ, ਭਾਰੇ ਨੇ ਨੀਚੇ ਚੱਕਿਆ ਜਾਣਾ। ਉਹਦਾ ਲੋਗੋ ਦਾ ਪਰਪਸ ਇਹ ਹੈ ਵੀ ਕਾਨੂੰਨ ਹੈ ਜੋ ਕੋਰਟ ਬਣੀ ਹੈ, ਉਹਦਾ ਮੋਟਿਵ ਇਸ ਕਰਕੇ ਬਣਿਆ ਹੋਇਆ ਵੀ ਬਰਾਬਰ ਕਰ ਦੇਵੇ, ਹਲਕੇ ਨੂੰ ਭਾਰੇ ਦੇ ਬਰਾਬਰ ਕਰ ਦੇ। ਔਰ ਸਾਨੂੰ ਵਿਦਰੋਹ ਚਾਹਣਗੇ, ਤੁਹਾਨੂੰ ਲੱਗਦਾ ਜੀ ਇਦਾਂ ਪੇਰੈਂਟਸ ਵਿਦਰੋਹ ਕਰਨਗੇ ਫਿਰ, ਜੇ ਕਿਉਂਕਿ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਿਤੇ ਸੁਣੀ ਜਾਣੀ ਹੈਗੀ? ਸਰ ਦੇਖੋ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਕਹਾਂ ਵੀ ਪੇਰੈਂਟਸ ਵਿਦਰੋਹ ਕਰਨ, ਮੈਂ ਮੇਰੀ ਗੱਲ ਸੁਣੋ, ਮੈਂ ਪੇਰੈਂਟਸ ਦਾ ਰਾਈਟ ਹੈ ਪੀਸਫੁਲ ਡੈਮੋਨਸਟ੍ਰੇਸ਼ਨ ਕਰਨ ਦਾ, ਜਿਹੜਾ ਇੱਕ ਸਿਟੀਜ਼ਨ ਦਾ ਰਾਈਟ ਹੈ, ਨਾ ਮੈਂ ਉਹ ਦੇ ਸਕਦਾ, ਨਾ ਮੈਂ ਉਹਨਾਂ ਤੋਂ ਲੈ ਸਕਦਾ। ਉਹਨਾਂ ਦੀ ਆਪਣੀ ਥਿੰਕਿੰਗ ਹੈ। ਕਿਤੇ ਮਤਲਬ ਇਹ ਕੋਈ ਮੇਰੀ ਵਰਡਿਕਟ ਨੂੰ ਇਹ ਲਾ ਲੇ ਵੀ ਬਾਗੜੀ ਸਾਹਿਬ ਨੇ ਕਿਹਾ ਜੀ ਫੀਸ ਤੁਸੀਂ ਪੇ ਨਹੀਂ ਕਰਨੀ। ਮੈਂ ਤੁਹਾਨੂੰ ਰਸਤਾ ਦੱਸਦਾ, ਮੈਂ ਫਾਈਟ ਕਰਨ ਲਈ ਮੇਰੇ ਨਾਲ ਜਿੰਨੇ ਲੋਕ ਜੁੜੇ ਹੋਏ ਨੇ, ਮੈਕਸੀਮਮ ਹਰ ਡਿਸਟ੍ਰਿਕਟ ਦੇ ਲੋਕ ਜੁੜੇ ਹੋਏ ਨੇ, ਉਹ ਕਹਿੰਦੇ ਬਾਗੜੀ ਸਾਹਿਬ ਇਹ ਲੀਗਲ ਪ੍ਰਕਿਰਿਆ 'ਤੇ ਸਾਨੂੰ ਭਰੋਸਾ, ਅਸੀਂ ਲੜਾਂਗੇ ਵੀ ਅੱਗੇ ਤੱਕ। ਹੋਰ ਜਿਹੜਾ ਕੰਮ ਉਹਨਾਂ ਨੇ ਕਰਨਾ, ਉਹਨਾਂ ਦਾ ਰਾਈਟ, ਉਹਨਾਂ ਦਾ ਆਪਣਾ ਲਿਬਰਟੀ ਹੈ। ਕੋਰਟ 'ਤੇ ਕੋਰਟ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਅਪੀਲ ਬਣੀ ਹੋਈ ਹੈ, ਅਪੀਲ ਦੇ ਵਿੱਚ ਸਾਰੇ ਪੁਆਇੰਟ ਲਏ ਜਾਣਗੇ। ਸਾਨੂੰ ਇਸ ਪੁਆਇੰਟ 'ਤੇ ਨਹੀਂ ਸੁਣਿਆ, ਇਹ ਅਸੀਂ ਹਰ ਰੋਜ਼ ਲੈਂਦੇ ਹਾਂ ਨੀਚੇ ਵਾਲੀ ਕੋਰਟ ਦੇ ਜਾ ਕੇ, ਉੱਤੇ ਕੋਰਟ ਦੇ ਵਿੱਚ ਅਸੀਂ ਜਾ ਕੇ ਇਹ ਪ੍ਰੈਜ਼ੈਂਟ ਕਰਦੇ ਹਾਂ।
ਸੋ ਚੰਦਪਾਲ ਸਿੰਘ ਬਾਗੜੀ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਜਿਹੜਾ ਅਦਾਲਤ ਦਾ ਫੈਸਲਾ ਆ, ਭਾਵੇਂ ਕਿ ਉਹ ਪੇਰੈਂਟਸ ਤੇ ਮਾਪਿਆਂ ਦੇ ਬੱਚਿਆਂ ਦੇ ਹੱਕ ਦੇ ਵਿੱਚ ਨਹੀਂ ਆਇਆ, ਲੇਕਿਨ ਸਕੂਲਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਗਿਆ, ਜਿਹੜਾ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਲੱਖਾਂ ਨਹੀਂ ਕਰੋੜਾਂ ਜਿਹੜੇ ਪੇਰੈਂਟਸ ਨੇ ਇਸ ਫੈਸਲੇ ਤੋਂ ਨਾਰਾਜ਼ ਨੇ, ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਗੱਲ ਨਹੀਂ ਸੁਣੀ ਗਈ। ਸਿੱਧੇ ਤੌਰ 'ਤੇ ਆ ਕਿ ਜਿਹੜੀਆਂ ਇਸ ਫੈਸਲੇ ਨੂੰ ਚੈਲੰਜ ਕੀਤਾ ਜਾਊਗਾ, ਅਪੀਲ ਕੀਤੀ ਜਾਊਗੀ। ਸਿੰਗਲ ਬੈਂਚ ਦਾ ਫੈਸਲਾ ਤਾਂ ਇਸ ਨੂੰ ਡਬਲ ਬੈਂਚ 'ਤੇ ਲਿਜਾਇਆ ਜਾਊਗਾ। ਅਤੇ ਹੁਣ ਜਿੰਨਾ ਸਮਾਂ ਫੈਸਲਾ ਨਹੀਂ ਆਉਂਦਾ ਤਾਂ ਉਹ ਜੇਕਰ ਪੇਰੈਂਟਸ ਨਾ ਚਾਹੁਣ ਤਾਂ ਫੀਸ ਨਹੀਂ ਦੇ ਸਕਦੇ। ਕੋਈ ਵੀ ਉਹਨਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਕਰ ਸਕਦਾ, ਕਿਉਂਕਿ ਰਾਈਟ ਟੂ ਜਿਹੜਾ ਕੰਪਲਸਰੀ ਫ੍ਰੀ ਐਜੂਕੇਸ਼ਨ ਦਾ ਰਾਈਟ ਹੈਗਾ ਉਹ ਹਰ ਸਿਟੀਜ਼ਨ ਕੋਲੇ, ਇੰਡੀਅਨ ਦੇ ਕੋਲੇ। ਅਤੇ ਕੋਈ ਵੀ ਸਕੂਲ ਤੁਹਾਨੂੰ ਉਨੀ ਦੇਰ ਤੱਕ ਧਮਕਾ ਨਹੀਂ ਸਕਦਾ, ਕੋਈ ਇੱਦਾਂ ਦਾ ਜ਼ਬਰਦਸਤੀ ਨਹੀਂ ਤੁਹਾਡੀ ਜੇਬ 'ਚੋਂ ਪੈਸੇ ਨਹੀਂ ਕੱਢ ਸਕਦਾ। ਉਹ ਵੀ ਖਾਸ ਕਰਕੇ ਜਿੱਥੇ ਡਾਇਜੈਸਟਰ ਦਾ ਜੇ ਆਪਾਂ ਗੱਲ ਕਰੀਏ, ਮਹਾਂਮਾਰੀ ਦੀ ਗੱਲ ਕਰੀਏ, ਕਰੋਨਾ ਮਹਾਂਮਾਰੀ ਦੀ ਗੱਲ ਕਰੀਏ, ਉਹਦੇ ਦੌਰਾਨ ਜਿਹੜਾ ਤੁਹਾਨੂੰ ਕਿਤੇ ਨੂੰ ਆਪਣੀ ਜਿਹੜੀ ਗੱਲ ਰੱਖਣ ਦੀ ਅੱਗੇ ਤੇ ਅੱਗੇ ਅਦਾਲਤ ਵੱਲੋਂ, ਕਾਨੂੰਨ ਵੱਲੋਂ, ਕੌਂਸਟੀਟਿਊਸ਼ਨ ਰਾਈਟ ਦੇ ਵਿੱਚ ਤੁਹਾਨੂੰ ਰਾਈਟ ਦਿੱਤਾ ਗਿਆ ਵਾ। ਹਰਪ੍ਰੀਤ ਸਿੰਘ ਜਸਵਾਲ, ਮੋਹਾਲੀ।